ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋਲ ਸਾਹਿਬ ਵੈਰੀ ਗੁੱਡ ਮਾਰਨਿੰਗ। ਜੀ ਧੰਨਵਾਦ ਬਹੁਤ ਬਹੁਤ ਚਾਵਲਾ ਜੀ, ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਆਣ। ਕੀ ਹਾਲ ਚਾਲ? ਠੀਕ ਠਾਕ? ਹਾਂ ਠੀਕ ਠਾਕ ਇਹੀ ਆ ਜੀ ਕਿ ਜੇਕਰ ਹੁਣ ਉੱਥੇ ਠੀਕ ਠਾਕ ਨਹੀਂ ਹੁੰਦਾ ਜਿੱਥੇ ਗੋਲੀਆਂ ਬੰਬਾਂ ਦੇ ਨਹੀਂ ਮਾਰ ਰਹੇ ਆ, ਤੇ ਫਿਰ ਆਪਾਂ ਹੁਣ ਸਾਰੀ ਦੁਨੀਆ ਦੇ ਵਿੱਚ ਕਿੱਦਾਂ ਦਿਲ ਹੀ ਉਦਾਸ ਹੈ ਜੀ। ਜਦੋਂ ਖਿਆਲ ਆ ਜਾਂਦਾ ਨਿੱਕੇ ਨਿੱਕੇ ਮਾਸੂਮ ਬੱਚੇ, ਕੱਲ ਬੰਕਰ ਦੇ ਵਿੱਚ ਇੱਕ ਛੋਟੀ ਜੀ ਬੱਚੀ ਨੇ ਜਨਮ ਲਿਆ, ਹਾਂਜੀ ਕੀ ਲਾਈਫ ਹੋਵੇਗੀ ਉਹਦੀ। ਮਾਂ-ਬਾਪ ਬਾਹਰ ਵੀ ਨਹੀਂ ਨਿਕਲ ਸਕਦੇ, ਜਿਵੇਂ ਉਹ ਇੰਡੀਆ ਦਾ ਸਾਡਾ ਨੌਜਵਾਨ ਬਾਹਰ ਨਿਕਲਿਆ ਤੇ ਬਲਾਸਟ ਹੋਇਆ ਤੇ ਮਾਰਿਆ ਗਿਆ। ਹੁਣ ਦੂਜੀ ਖਬਰ ਵੀ ਆਈ ਆ, ਉਹ 'ਤੇ ਗੱਲਬਾਤ ਕਰਾਂਗੇ, ਪਰੰਤੂ ਆਪਣੇ ਇੰਟਰਵਿਊ ਦੀ ਗੱਲ ਕਰੀਏ ਤਾਂ ਪਿਛਲੇ 48 ਘੰਟਿਆਂ ਦੌਰਾਨ GT ਦੇ ਵਿੱਚ ਗੋਲੀਬਾਰੀ ਦੇ ਵਿੱਚ ਬਰੈਂਪਟਨ 'ਚ ਇੱਕ ਮਾਰੇ ਜਾਣ ਦੀ ਖਬਰ ਹੈ, ਮੌਤ ਹੋਈ ਹੈ। ਜਦੋਂ ਇਹ ਖਬਰ ਪੜ੍ਹਦੇ ਨਾ ਕਿ ਬਰੈਂਪਟਨ 'ਚ ਇੱਕ ਮਾਰਿਆ ਗਿਆ, ਉਂਗਲ ਨਾ ਕੀਤੀ ਜਾਵੇ, ਜੇ ਕਰ ਲਿਆ ਜਾਵੇ ਵੇਖਿਆ ਵੀ ਆਪਣੇ ਵੱਲ ਵੀ ਹੋ ਸਕਦਾ ਕੋਈ ਦੋਸਤ ਮਿੱਤਰ ਅਜੀਜ਼ ਨਹੀਂ ਪਰਿਵਾਰ ਦਾ ਮੈਂਬਰ। ਦੇਖੋ ਜੀ ਵੀ ਇਹ ਜੰਗ ਤਾਂ ਲੱਗੀ ਹੋਈ ਹੈ ਯੂਰਪ ਵਿੱਚ, ਕਹਿ ਲਓ ਉੱਥੇ ਯੂਕਰੇਨ ਤੇ ਰਸ਼ੀਆ ਦੀ, ਪਰ ਗੋਲੀਆਂ ਦਾ ਮੀਂਹ ਇੱਥੇ GTA 'ਚ ਵੀ ਵੱਧ ਰਿਹਾ ਹੈ। ਹਾਂਜੀ ਦੇਖੋ ਦਿਨ ਕਾਟਮਾਇਆ ਨਵੇਂ ਸਾਲ ਦਾ, ਤੇ ਨਵੇਂ ਸਾਲ 'ਚ ਪੁਰਾਣੇ ਕੰਮ ਕਿੰਨੀ ਤੇਜ਼ੀ ਦੇ ਨਾਲ ਕਤਲੋਗਾਰਤ ਜਾਰੀ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪਿਛਲੇ 48 ਘੰਟਿਆਂ ਦੇ ਵਿੱਚ ਟੋਰੋਂਟੋ 'ਚ ਵੀ ਇੱਕ ਕਤਲ, ਬਰੈਂਪਟਨ 'ਚ ਵੀ ਇੱਕ ਕਤਲ, ਨਾਲ ਹੀ ਕੁਝ ਘੰਟਿਆਂ ਬਾਅਦ ਮਿਸਿਸਾਗਾ 'ਚ ਵੀ ਇੱਕ ਕਤਲ। ਸੋ ਇਹ ਕਰ ਕਰਾ ਕੇ ਜੀ ਮਤਲਬ ਪੂਰੇ ਟੋਰੋਂਟੋ ਏਰੀਆ ਦੇ ਵਿੱਚ ਹੀ ਕਹਿ ਲਓ ਇਹ ਸ਼ੂਟਿੰਗਸ ਦਾ ਜਿਹੜਾ ਦਿਲ ਦਹਿਲਾਉਣ ਵਾਲਾ ਜਿਹੜਾ ਵਰਤਾਰਾ ਆ, ਇਹ ਕੰਟੀਨਿਊਸਲੀ ਚੱਲ ਰਿਹਾ ਜਿਉਂ ਨਵਾਂ ਸਾਲ ਵੈਸੇ ਚੜਿਆ ਹੀ ਹੈ। 16 ਕਤਲ ਹੁਣ ਤੱਕ ਟੋਰੋਂਟੋ 'ਚ ਹੀ ਹੋ ਚੁੱਕੇ ਆ। 16 ਕਤਲ ਇਸ ਨਵੇਂ ਸਾਲ 'ਚ ਕਹਿ ਲਓ ਵੀ ਹੁਣ ਕਿਹਨੂੰ ਯਾਦ ਹੋਵੇ ਨਵਾਂ ਸਾਲ ਚੜਿਆ ਸੀ ਅਜੇ, ਹੈ ਨਾ, 61 ਦਿਨ ਪਹਿਲਾਂ। ਲੇਕਿਨ ਕਿ ਇਹ ਟੋਰੋਂਟੋ 'ਚ ਜਿਹੜਾ ਸਕਾਰਬੋਰੋ 'ਚ ਮਰਡਰ ਹੋਇਆ ਸੀ, ਮਤਲਬ ਲੇਟੈਸਟ ਉਹਦੇ ਵਿੱਚ ਜਾਣੀ ਜਿਹੜੇ ਇਹ ਸਸਪੈਕਟਸ ਆ, 2 ਕਾਰ ਦੇ ਵਿੱਚ ਸਵਾਰ ਉਹਨਾਂ ਨੇ ਫੜੇ, ਦੋਨੇ ਭੈਣ ਭਰਾ ਨਿਕਲੇ ਬਾਅਦ ਦੇ ਵਿੱਚ। ਹਾਂਜੀ, ਤੇ ਹੁਣ ਗੋਲੀ ਭੈਣ ਨੇ ਚਲਾਈ ਹੈ ਕਿ ਭਰਾ ਨੇ ਚਲਾਈ ਆ, ਅਜੇ ਉਹ ਇਹ ਪਤਾ ਕਰ ਰਹੇ ਆ। ਇੱਕ ਉਹਨਾਂ ਕੋਲ ਜਾਣੀ ਗੋਲੀ ਚਲਾਉਣ ਵਾਲਾ ਪਿਸਤੌਲ ਵੀ ਮਿਲ ਗਿਆ। ਹਾਂਜੀ, ਅੱਛਾ। ਸੋ ਇਹ ਸਾਰੇ ਜਾਣੀ ਕਿ ਜਿਹੜੇ ਸ਼ੱਕੀ ਆ ਜਾਂ ਜਿਹੜੇ ਇਹ ਵਿਕਟਮਸ ਆ, ਮ੍ਰਿਤਕ ਆ, ਇਹ 30 ਸਾਲਾਂ ਤੋਂ ਘੱਟ ਉਮਰ ਦੇ ਹੀ ਆ। ਤੇ ਇਹ ਪੁਲਿਸ ਦਾ ਦਾਅਵਾ ਹੁੰਦਾ ਵੀ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਪਹਿਲਾਂ ਤੋਂ ਇਹ ਜਾਣਦੇ ਹੁੰਦੇ ਆ, ਵੀ ਬਾਅਦ ਦੇ ਵਿੱਚ ਜਾਣੀ ਪਹਿਲਾਂ ਜਿੱਦਾਂ ਵੀ ਆਪਣੀਆਂ ਆਪਸ ਵਿੱਚ ਨੇੜਤਾ ਹੁੰਦੀ ਆ, ਮੁੜ ਕੇ ਕੋਈ ਗੱਲਾਂ ਕਰਕੇ ਅੱਜ ਕੱਲ੍ਹ ਨਫ਼ਰਤ ਤੇ ਪਿਆਰ ਬੜੀ ਜਲਦੀ ਗੱਲਾਂ ਵਾਪਰਦੀਆਂ ਨਾ, ਘਟਨਾਵਾਂ ਉੱਦਾਂ ਹੀ ਤੇ ਜਾਣੀ ਫਿਰ ਬਾਅਦ ਦੇ ਵਿੱਚ ਇਹ ਮਾਰ ਮਰਵਾਈ ਜਿਹੜੀ ਆ ਜੀ ਕਿ ਉੱਥੋਂ ਤੱਕ ਗੱਲ ਪਹੁੰਚਦੀ ਆ। ਕੁੱਲ ਮਿਲਾ ਕੇ ਪਿਛਲੇ 48 ਘੰਟਿਆਂ ਦੇ ਵਿੱਚ ਇਹ ਜੀ ਸ਼ੂਟਿੰਗ ਦਾ ਤਹਿਲਕਾ ਜਿਹੜਾ ਉਹਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਟੋਰੋਂਟੋ 'ਚ, ਬਰੈਂਪਟਨ 'ਚ, ਮਿਸਿਸਾਗਾ 'ਚ ਜਿਹੜੇ 3 ਨੌਜਵਾਨ ਆ ਉਹਨਾਂ ਦਾ ਕਤਲ ਹੋ ਚੁੱਕਾ ਜੀ। ਔਰ ਹਥਿਆਰ ਧੜਾ ਧੜ ਜਿਹੜੇ ਨੇ ਵੇਖੇ ਜਾ ਰਹੇ ਨੇ ਨੌਜਵਾਨਾਂ ਦੇ, ਜਿਵੇਂ ਆਪਾਂ ਵੇਖਦੇ ਹਾਂ ਕਿ ਹਾਂਜੀ ਤੇ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਆਉਂਦੇ ਕਿੱਥੋਂ ਨੇ, ਵਿਕਦੇ ਸ਼ਰੇਆਮ ਨੇ ਤਾਂ ਹੀ ਇਹਨਾਂ ਕੋਲ ਪਹੁੰਚਦੇ ਨੇ। ਹਾਂਜੀ, ਦੇਖੋ ਕੁੱਲ ਮਿਲਾ ਕੇ ਇਹ ਹੁਣ ਫਿਰ ਸਿੱਟ ਦਿੱਤਾ ਜਾਂਦਾ ਵੀ ਹਥਿਆਰ ਜਿਹੜੇ ਆ ਨਾ ਵੀ ਇਹ US ਤੋਂ ਆਉਂਦੇ ਆ ਨਾ, ਪਰ ਹੁਣ ਢਿੱਲ ਕਾਰਗੁਜ਼ਾਰੀ ਸਦਾ ਜਿਹੜੇ ਰੈਜ਼ੀਡੈਂਟਸ ਆ, ਲੋਕਾਂ ਨੇ ਤਾਂ ਗਵਰਨਮੈਂਟਸ ਵੱਲ ਨੂੰ ਤੇ ਪੁਲਿਸਾਂ ਵੱਲ ਨੂੰ ਹੀ ਦੇਖਣਾ ਹੁੰਦਾ ਨਾ। ਹੁਣ ਜੇ ਇਹ US ਤੋਂ ਲੰਬੇ ਸਮੇਂ ਤੋਂ ਹਥਿਆਰ ਆਪਾਂ ਕਹੀ ਜਾਂਦੇ ਵੀ ਇੱਥੇ ਸ਼ੂਟਿੰਗਸ ਹੁੰਦੀਆਂ ਉੱਥੋਂ ਆਉਂਦੇ ਆ, ਤੇ ਜਾਣੀ ਫਿਰ ਬਾਰਡਰ ਤੇ ਕੋਈ ਨਾ ਕੋਈ ਹੈ ਹੀ ਆ ਢਿੱਲ, ਜਿਹਦੇ ਕਰਕੇ ਉੱਥੋਂ ਇਹ ਨਹੀਂ ਰੁਕ ਰਿਹਾ ਵਰਤਾਰਾ, ਹਨਾ। ਸੋ ਜਾਣੀ ਕੁੱਲ ਮਿਲਾ ਇਹ ਆ ਜੀ ਵੀ ਹੁਣ ਘਰ ਘਰ ਤਾਂ ਪੁਲਿਸਾਂ ਨੇ ਹਰੇਕ ਬਿਜ਼ਨਸ ਵਿੱਚ ਕਾਰੋਬਾਰ 'ਚ ਜਾ ਕੇ ਬਹਿ ਨਹੀਂ ਜਾਣਾ ਹੁੰਦਾ, ਪਰ ਜਦੋਂ ਵੀ ਇਹ ਜਾਣੀ ਘਟਨਾਵਾਂ ਵਾਪਰਦੀਆਂ ਫਿਰ ਆਪਾਂ ਦੇਖਦੇ ਹਾਂ ਪੇਰੈਂਟਸ ਦਾ ਬੁਰਾ ਹਾਲ ਹੁੰਦਾ, ਪਰਿਵਾਰਾਂ ਦਾ ਬੁਰਾ ਹਾਲ ਹੁੰਦਾ, ਸਭ ਜਾਣੀ ਕਿ ਰੋਣੇ ਧੋਣੇ ਤਾਂ ਪੈਂਦੇ ਆ। ਪਰ ਸਮੇਂ ਦੇ ਰਹਿੰਦਿਆਂ ਕਿਤੇ ਨਾ ਕਿਤੇ ਜਾਣੀ ਕਿ ਪੇਰੈਂਟਸ ਵੀ ਢਿੱਲ ਵਰਤ ਜਾਂਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਵੀ ਉਹਨਾਂ ਨੇ ਜਾਣੀ ਹੋਰਨਾਂ ਨਿਆਣਿਆਂ ਦੀਆਂ ਕਿਤੇ ਬਦਖੋਈਆਂ ਕਰਨੀਆਂ ਹੋਣਗੀਆਂ, ਆਪਣੇ ਨਿਆਣੇ ਦੀਆਂ ਸਿਫਤਾਂ ਹੀ ਕਰੀ ਤੁਰੀ ਜਾਣੀਆਂ, ਭਾਵੇਂ ਸਿਫਤਯੋਗ ਨਾ ਵੀ ਹੋਵੇ, ਪਤਾ ਵੀ ਹੋਵੇ ਕਿ ਮਾੜਾ, ਉਹਨੂੰ ਉੱਤੇ ਪਰਦੇ ਪਾਉਣੇ ਆ ਕਿ ਨਹੀਂ ਇਹਦੇ ਵਰਗਾ ਸੋਨਾ ਹਾਂਜੀ ਹੋਰ ਕੋਈ ਹੈ ਹੀ ਨਹੀਂ ਦੁਨੀਆ ਤੇ ਜਨਮ ਦਿੱਤਾ। ਸੋ ਲੇਕਿਨ ਕਿ ਚਲੋ ਜਿਹੜੇ ਚੰਗੇ ਨੇ ਬੱਚੇ ਉਹਨਾਂ ਦੀਆਂ ਸਿਫਤਾਂ ਬਹੁਤ ਨੇ, ਪਰ ਜਿਹੜੇ ਇਹ ਕਵਰ ਅਪ ਨਾ, ਇਹ ਸਾਡੀ ਕਮਿਊਨਿਟੀ ਦੇ ਵਿੱਚ ਵੀ ਇਹ ਚੀਜ਼ ਕਿੰਨੀ ਮਤਲਬ ਜ਼ਿਆਦਾ ਪ੍ਰਬਲ ਆ ਦਿਮਾਗਾਂ ਦੇ ਅੰਦਰ। ਅਸੀਂ ਆਪਣੇ ਜੀ ਹੁਣ ਕਈ ਵਾਰੀ ਹੁੰਦਾ ਕੋਈ ਬੱਚਾ ਛੋਟੀ ਮੋਟੀ ਨੌਕਰੀ ਤੇ ਲੱਗ ਗਿਆ ਨਾ, ਤੇ ਇਹ ਆਪਣੀ ਆਦਤ ਆ ਵੀ ਅਸੀਂ ਵਧਾ ਕੇ ਦੱਸਣਾ ਉਹ ਮੈਨੇਜਰ ਲੱਗ ਗਿਆ ਜੀ, ਉਹ ਉੱਥੇ ਜਾ ਕੇ ਸੁਪਰਵਾਈਜ਼ਰ ਲੱਗ ਗਿਆ ਜੀ, ਬਾਅਦ ਚ ਨਹੀਂ ਕਿ ਜਦੋਂ ਪਤਾ ਕਰੀਏ ਤੇ ਉਦਾਂ ਨਹੀਂ ਹੁੰਦਾ। ਸੋ ਅਸੀਂ ਇਹ ਜਿਹੜੀਆਂ ਡਰਾਮੇਬਾਜ਼ੀਆਂ ਜਾਣੀ ਰੱਖੀਆਂ ਹੋਈਆਂ ਵੀ ਆਪਣੇ ਬੱਚਿਆਂ ਦੀਆਂ ਏਦਾਂ ਵਧਾ ਚੜਾ ਕੇ ਗੱਲਾਂ ਕਰਨੀਆਂ, ਏਦਾਂ ਲੱਗਦਾ ਉਤਸ਼ਾਹਤ ਕਰਨ ਲਈ, ਪਰ ਬਾਅਦ ਵਿੱਚ ਫਿਰ ਜਦੋਂ ਅੱਖਾਂ 'ਚ ਆਪਾਂ ਘਸੁੰਨ ਦਿੰਦੇ, ਗਲੇਡੂ ਘੇਰਦੇ ਆ। ਹੁਣ ਰਾਤ ਨੂੰ ਜਾਣੀ ਕਿ ਕਮਰਿਆਂ ਦੇ ਵਿੱਚ ਬੈਠਿਆਂ ਲੈਪਟਾਪਾਂ ਫੋਨਾਂ ਉਹਨਾਂ ਤੇ ਕੀ ਚੰਦ ਚੜ ਰਹੇ ਆ, ਅਖੇ ਪੜ੍ਹ ਰਹੇ ਆ ਜੀ, ਪੜ੍ਹ ਰਹੀ ਆ।
ਪੜ੍ਹ ਰਿਹਾ ਜਾਂ ਨਹੀਂ, ਉਹ ਰਾਤ ਦੇ 2-3 ਵਜੇ ਕੀ ਹੋ ਰਿਹਾ ਉਹ ਤੇ ਹੁਣ ਕਈਆਂ ਦਾ ਤਾਂ ਪਤਾ ਹੀ ਨਹੀਂ ਨਾ। ਕਿਸੇ ਵੇਲੇ ਮਾਂ-ਬਾਪ ਮਜਬੂਰ ਬੜੇ ਹੋ ਜਾਂਦੇ ਨੇ, ਇਹ ਵੀ ਗੱਲ ਤੁਹਾਡੀ ਸੀ ਕਹਿ ਕੇ ਅਸੀਂ ਕਿਸੇ ਵੇਲੇ ਅੱਖੀਂ ਵੇਖ ਕੇ ਨਹੀਂ ਬੋਲਦੇ ਪਰਦੇ ਪਾਉਂਦੇ ਆ, ਪਰ ਕਿਸੇ ਵੇਲੇ ਮਜਬੂਰੀਆਂ ਵੀ ਹੋ ਜਾਂਦੀਆਂ। ਹੁਣ ਕੀ ਪਤਾ ਕਿ ਮਾਂ-ਬਾਪ ਲੈਪਟਾਪ ਤੇ ਪੜ੍ਹ ਰਿਹਾ ਜਾਂ ਪੜ੍ਹ ਰਹੀ ਹੈ, ਚੈੱਕ ਕਰਨ ਲੱਗਿਆ ਤੇ ਅੱਖਾਂ ਵਿਖਾਉਂਦੇ ਨੇ ਨਾ ਅੱਗੋਂ। ਇਹ ਦੇਖੋ ਨਹੀਂ, ਜਿਹੜੀ ਇਹ ਮਜਬੂਰੀਆਂ ਦੀ ਮੂੰਗਲੀ ਆ ਨਾ, ਇਹ ਸਾਰੀ ਦੁਨੀਆ 'ਚ ਆਪਾਂ ਚੱਕੀ ਫਿਰਦੇ ਆ, ਤੇ ਹੁਣ ਥੋੜਾ ਜਿਹਾ ਆਪਾਂ ਹੋਸ਼ ਕਰੀਏ ਜੀ। ਬਿਲਕੁਲ ਤੁਹਾਡੀ ਗੱਲ ਸਹੀ। ਇਸ ਉਂਗਲੀ ਕੱਚ ਚੋਂ ਕੱਢ ਸੁੱਟੀਏ ਜੀ। ਹੁਣ ਉਹ ਹੰਝੂ ਜਿਹੜੇ ਗੈਸ ਸਟੇਸ਼ਨ ਤੇ ਜਾਣਾ ਤੇ ਉੱਥੇ ਫਿਰ ਟਿਪ ਡਿੱਗਣੇ ਨੇ, ਡਿੱਗਦੇ ਜਾਂ ਨਹੀਂ ਡਿੱਗਦੇ ਗੱਲ ਵੱਖਰੀ ਹੈ। ਭਾਅ ਲਗਾਤਾਰ ਵਧਣ ਕਾਰਨ GTA ਦੇ ਪੰਪਾਂ ਤੇ ਰਾਤ ਗੈਸ ਕੀਮਤ ਦੇ ਵਿੱਚ 6 ਸੈਂਟ ਪ੍ਰਤੀ ਲੀਟਰ ਹੋਰ ਵੱਧ ਸਕਦਾ ਹੈ। ਕਨਫਰਮ ਹੋ ਗਿਆ ਜੀ ਵੀ ਇਹ ਵਧਣਾ ਹੀ ਵਧਣਾ ਆ। ਹਾਂ ਹਾਂਜੀ, ਅੱਜ ਰਾਤ ਨੂੰ 6 ਸੈਂਟ ਤੇ ਕੱਲ ਕਿਤੇ 2 ਸੈਂਟ ਕਿਤੇ 3 ਸੈਂਟ ਇਹ ਵੱਧ ਚੁੱਕਿਆ ਹੈ। ਜਾਣੀ ਕੁੱਲ ਮਿਲਾ ਕੇ 10-11 ਸੈਂਟ ਦੇ ਆਸ-ਪਾਸ ਜਿਹੜੀ ਇਹ ਪ੍ਰਾਈਸ ਹਾਈਕ ਆ, ਇਹ ਕੱਲ ਸਵੇਰ ਤੱਕ ਆਪਾਂ ਨੂੰ ਨਜ਼ਰ ਆਊਗੀ ਵਿਦਨ ਜਾਣੀ ਕਿ 24 ਆਵਰਸ ਜੀ। ਪਰ ਹੁਣ ਇਹ ਇੱਥੇ ਨਹੀਂ ਨਾ ਗੱਲ ਰੁਕਦੀ, ਪਰ ਜਦੋਂ ਹੁਣ ਤੁਸੀਂ ਦੇਖੋ ਵੀ ਇਹ ਟਰੱਕਿੰਗ ਦੇ ਵਿੱਚ ਬਾਕੀ ਇਹ ਜਿਹੜੀ ਗੈਸ ਜਦੋਂ ਮਹਿੰਗੀ ਮਿਲੂਗੀ ਤੇ ਟਰਾਂਸਪੋਰਟੇਸ਼ਨ ਦੇ ਕਰਕੇ ਬਾਕੀ ਸਾਰੀਆਂ ਪ੍ਰਾਈਸਿਸ ਤੇ ਵੀ ਅਸਰ ਉਹ ਪੈਣਾ ਹੀ ਆ, ਕਿਉਂਕਿ ਟਰਾਂਸਫਰ ਹੋਣੀ ਆ ਪ੍ਰਾਈਸਿਸ ਮਹਿੰਗੀ ਹੋਣੀ। ਸੋ ਤਦ ਕਰਕੇ ਇਹ ਆ ਜੀ। ਚਲੋ ਵੈਸੇ ਹੁਣ ਤੇ ਆਪਾਂ ਇਹ ਕਹਿ ਸਕਦੇ ਹਾਂ ਸਾਰੀ ਦੁਨੀਆ 'ਚ ਇਹ ਵਰਤਾਰਾ ਤੇਲ ਆ ਜਿਹੜਾ ਕੱਚਾ ਤੇਲ ਆ ਸਪਾਈਕ ਹੋ ਗਿਆ। ਮਤਲਬ ਅੱਜ ਵੀ $112 ਦਾ ਡਰਮ ਜਿਹੜਾ ਜੀ ਵੀ ਉੱਥੇ ਤੱਕ ਪ੍ਰਾਈਸ ਪਹੁੰਚ ਗਈ ਆ। ਪਰ ਉਹਦੇ ਵਿੱਚ ਹੁਣ ਰਾਤੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਅਨਾਉਂਸ ਕੀਤਾ ਸੀਗਾ ਵੀ ਉਹ 30 ਮਿਲੀਅਨ ਬੈਰਲ ਆ ਜਿਹੜਾ ਜੀ ਵੀ ਅਮਰੀਕਨ ਤੇਲ ਭੰਡਾਰ ਦੇ ਵਿੱਚੋਂ ਨਵਾਂ ਰਿਲੀਜ਼ ਕਰਨਗੇ, ਜਿਹਦੇ ਨਾਲ ਕਿ ਜਿਹੜੀ ਪ੍ਰਾਈਸ ਆ ਇਹ US ਦੇ ਵਿੱਚ ਘਟੇਗੀ। ਪਰ ਸਾਡੇ ਇੱਥੇ ਕੈਨੇਡਾ 'ਚ ਕੀ ਹੋਏਗਾ, ਕਿਉਂਕਿ ਰਸ਼ੀਆ ਤੋਂ ਜਿਹੜਾ ਤੇਲ ਆਉਂਦਾ ਸੀ ਇਹਨਾਂ ਨੇ ਬੰਦ ਕਰ ਦਿੱਤਾ ਹੈ। ਬਾਕੀ ਜਿਹੜਾ ਜੀ ਪ੍ਰਾਈਸਿਸ ਦੇ ਸਿਲਸਿਲੇ ਦੇ ਵਿੱਚ ਇਹ ਓਨਟਾਰੀਓ 'ਚ ਕੋਈ ਰਾਹਤ ਮਿਲਣੀ ਹੈ ਕਿ ਨਹੀਂ, ਇਲੈਕਸ਼ਨ ਉੱਪਰੋਂ ਆਉਣ ਵਾਲੀ ਹੈ। ਵੀ ਜਿਹੜਾ ਵਾਅਦਾ ਸੀਗਾ ਕੰਜ਼ਰਵੇਟਿਵ ਪਾਰਟੀ ਦਾ ਵੀ ਅਸੀਂ ਡਾਊਨ ਕਰਾਂਗੇ ਪ੍ਰਾਈਸਿਸ 10-11 ਸੈਂਟ ਤੱਕ ਘਟਾਵਾਂਗੇ, ਉਹ ਦੇਖਦੇ ਹਾਂ ਜਿੰਨੀ ਕੁ ਹੁਣ ਬਾਕੀ ਰਹਿੰਦੀ ਆ ਵੀ 5-6 ਸੈਂਟ ਤੇ ਐਟਲੀਸਟ ਹੋਰ ਘਟਣੀ ਚਾਹੀਦੀ ਆ ਜੇ ਟੈਕਸ ਰਿਲੀਫ ਦੇਣੀ ਹੋਵੇ ਗਵਰਨਮੈਂਟ ਨੇ ਤਾਂ। ਪਰ ਕੁੱਲ ਮਿਲਾ ਕੇ ਜਾਣੀ ਕਿ ਆਪਾਂ ਦੇਖ ਰਹੇ ਹਾਂ ਵੀ ਇਹ ਬ੍ਰਿਟਿਸ਼ ਕੋਲੰਬੀਆ ਤੋਂ ਪਤਾ ਲੱਗ ਰਿਹਾ ਸੀ ਚਾਵਲਾ ਜੀ ਆਲਰੇਡੀ ਉੱਥੇ $2 ਨੂੰ ਪਹੁੰਚਿਆ ਹੋਇਆ ਲੀਟਰ ਜੀ। ਬੱਲੇ ਬੱਲੇ ਬੱਲੇ। ਸੋ ਸਾਡੇ ਇੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ $2 ਨੂੰ ਕਹਿ ਲਓ ਵੀ ਲੀਟਰ, ਜਾਂ ਫਿਰ $1.80 ਤੱਕ ਇਸ ਰੇਂਜ ਦੇ ਵਿੱਚ ਤੇਲ ਜਿਹੜਾ ਇਹ ਪਰ ਲੀਟਰ ਪਹੁੰਚ ਜਾਣ ਦੀ ਸੰਭਾਵਨਾ ਹੈਗੀ ਆ ਜੀ। ਸੋ ਲੇਕਿਨ ਕਿ ਇਹ ਹੈ ਜੀ ਵੀ ਅੱਜ ਜਿਹੜੀਆਂ ਗੈਸ ਸਟੇਸ਼ਨ ਤੇ ਲਾਈਨ ਅਪ ਹੋਣ ਦੀ ਵੀ ਸੰਭਾਵਨਾ ਹੈ, ਕਿਉਂਕਿ ਜਦੋਂ ਲੋਕਾਂ ਨੂੰ ਪਤਾ ਲੱਗ ਜਾਏ ਵੀ ਇਹ ਅੱਜ ਰਾਤ ਨੂੰ ਇੰਨੀ ਹੋਰ ਵੱਧ ਜਾਣੀ ਆ ਤੇ ਫਿਰ ਹੁਣ ਚਲੋ ਜਿੱਦਾਂ ਹੁੰਦਾ ਨਾ ਵੀ ਬੱਕਰੇ ਦੀ ਮਾਂ ਖੈਰ ਕਦ ਤੱਕ ਕਿੰਨਾ ਤੱਕ ਬਣਾਉਗੀ, ਕਿੰਨੇ ਕੁ ਟੈਂਕ ਭਰ ਕੇ ਰੱਖ ਲੋਗੇ। ਟੈਂਕੀ ਭਰਾ ਕੇ ਜੇ ਤੁਸੀਂ $2-3 ਬਚਾ ਵੀ ਲਏ, ਲਾਈਨ ਅਪ ਦੇ ਵਿੱਚ ਤੁਸੀਂ ਖੜੇ ਰਹੇ 15-20 ਮਿੰਟ, ਉਹ ਆਪਣਾ ਟਾਈਮ ਕੈਲਕੂਲੇਟ ਕਰੋ। ਸੋ ਕਹਿਣ ਦਾ ਮਤਲਬ ਵੀ ਇਹ ਲੌਂਗ ਟਰਮ ਦਾ ਵਰਤਾਰਾ ਆ ਜੀ। ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਜਾਣੀ ਕਿ ਵੀ ਇਹ ਗੈਸ ਦੀ ਪ੍ਰਾਈਸ ਬਹੁਤ ਘੱਟ ਜਾਊਗੀ, ਇਹਦੀ ਆਸ ਨਹੀਂ ਹੋਣੀ ਚਾਹੀਦੀ। ਤੇ ਦੂਸਰੇ ਪਾਸੇ ਇਹ ਆ ਵੀ ਆਪਣਾ ਜਿਹੜਾ ਲਾਈਨ ਅਪ ਦੇ ਵਿੱਚ ਬਹੁਤਾ ਸਮਾਂ ਗਵਾਉਣ ਦੀ ਲੋੜ ਨਹੀਂ, $2 ਜਾਂ $3 ਦਾ ਵੱਧ ਤੋਂ ਵੱਧ ਅੰਤਰ ਪੈ ਜਾਊਗਾ, ਪਰ ਉਹਦੇ ਨਾਲ ਸਮਾਂ ਤੁਹਾਡਾ ਜ਼ਿਆਦਾ ਖਰਾਬ ਹੋ ਸਕਦਾ ਹੈ। ਕੁੱਲ ਮਿਲਾ ਕੇ ਇਹ ਆ ਜੀ। ਪਰ ਟੈਂਕੀ ਨਾ ਭਰਾਓ, ਅੱਧੀ ਕਰ ਲਓ ਜਿੰਨੀ ਲੋੜ ਆ, ਕੱਲ ਪਰਸੋਂ ਤੱਕ ਸ਼ਾਇਦ ਰਿਆਇਤ ਮਿਲ ਜੇ। ਪ੍ਰਾਈਸ ਦਾ ਜਿਹੜਾ ਨੇ ਜੀ ਇਹਨਾਂ ਨੂੰ ਜ਼ਰੂਰ ਆਬਜ਼ਰਵ ਕਰਨ ਦੀ ਲੋੜ ਹੋਊਗੀ। ਨਹੀਂ ਇਹ ਹੁਣ ਕਿਉਂਕਿ ਜਿਹੜੀ OPEC ਆ ਨਾ, ਉਹਨਾਂ ਨੇ ਵੀ ਅੱਜ ਅਨਾਉਂਸ ਕਰਤਾ ਵੀ ਹਜੇ ਨਹੀਂ ਉਹ ਆਪਣੀ ਸਪਲਾਈ ਵਧਾਉਣਗੇ। ਉਹ ਜਦੋਂ ਉਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਨਾਲ ਹੀ $3 ਹੋਰ ਜਿਹੜੀ ਆ ਜੀ ਉਹ ਡਰਮ ਦੀ ਪ੍ਰਾਈਸ ਜਿਹੜੀ ਆ ਆਫ ਚਲੇਗੀ। ਚਲੋ ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਉਦੋਂ ਚਾਈਨਾ ਕਾਫੀ ਕੋਆਪਰੇਟ ਰਸ਼ੀਆ ਨਾਲ ਕਰ ਰਹੇ ਨੇ। ਉਹਨਾਂ ਨੇ ਕੰਡੈਮ ਨਹੀਂ ਕੀਤਾ ਜਿਹੜਾ ਉਹਨਾਂ ਨੇ ਅਟੈਕ ਕੀਤਾ ਯੂਕਰੇਨ ਦੇ ਉੱਤੇ। ਹਾਂਜੀ ਹਾਂਜੀ। ਸੋ ਵੀ ਜਿਹੜੀਆਂ ਇਧਰੋਂ ਉਹਨਾਂ ਤੇ ਰਿਸਟ੍ਰਿਕਸ਼ਨਸ ਜਾਂ ਕਹ ਲਓ ਕਿ ਸੈਂਕਸ਼ਨਸ ਲੱਗ ਰਹੀਆਂ ਰਸ਼ੀਆ ਤੇ, ਉਧਰੋਂ ਚਾਈਨਾ ਨਾਲ ਪੂਰਾ ਉਹਨਾਂ ਦੇ ਕੋਆਪਰੇਟ ਕਰ ਰਿਹਾ। ਜਿਹੜੀ ਗੱਲ ਇਧਰੋਂ ਰੋਕੀ ਜਾਂਦੀ ਆ ਉਧਰੋਂ ਆਪਣੇ ਵੱਲੋਂ ਖੋਲ ਦਿੰਦੇ ਆ। ਵੌਇਸ ਆਫ ਸਿਟੀ 3020 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੇਲ ਦੀਆਂ ਕੀਮਤਾਂ ਵੱਧ ਗਈਆਂ ਨੇ, ਪਰੰਤੂ ਸਾਡੀ ਕਮਰਸ਼ੀਅਲ ਜਿਹੜੀ ਆ ਉਹ ਦਿਨ ਬ ਦਿਨ ਸਸਤੀ ਹੁੰਦੀ ਜਾ ਰਹੀ ਹੈ। ਕੌਡੀਆਂ ਦੇ ਭਾਅ ਦੀ ਹੈ, ਬਾਏ 1 ਗੈਟ 2 ਫ੍ਰੀ। ਇੱਕ ਕਮਰਸ਼ੀਅਲ ਵਾ 2 ਫ੍ਰੀ, ਇਹ ਹੁੰਦਾ ਜਾ ਰਿਹਾ। ਇਹ ਪਤਾ ਨਹੀਂ ਕਦੋਂ ਰੁਕਣਾ ਸਾਡਾ, ਕਿਉਂਕਿ ਕੰਪੀਟੀਸ਼ਨ ਤੇਲ ਦੀ ਸਪਲਾਈ 'ਚ ਘਟ ਰਿਹਾ ਤੇ ਮੀਡੀਆ 'ਚ ਵੱਧ ਰਿਹਾ। ਹਾਂ, ਤੇ ਜਿੱਥੇ ਕੰਪੀਟੀਸ਼ਨ ਸਪਲਾਈ ਵੱਧ ਜਾਏ ਨੈਚੁਰਲੀ ਉੱਥੇ ਪ੍ਰਾਈਸਿਸ ਥੱਲੇ ਜਾਣਗੀਆਂ। ਪਰ ਕਿੰਨਾ ਕੁ ਚਿਰ ਪੱਲਿਓ ਪਾਉਣਗੇ ਇਹ ਦੇਖੋ, ਉਤਲ-ਪੁਤਲ ਕਾਫੀ ਲੰਬੇ ਸਮੇਂ ਤੋਂ ਮੀਡੀਆ ਦੇ ਵਿੱਚ ਜਾਰੀ ਆ, ਪਰ ਕਿਸੇ ਨਾ ਕਿਸੇ ਰੂਪ ਕੰਮ ਚੱਲੀ ਜਾਂਦਾ। ਪਰ ਇਹਦੇ ਨਾਲ ਜਿਹੜੇ ਐਡਵਰਟਾਈਜ਼ਮੈਂਟ ਦੇਣ ਵਾਲੇ ਬਿਜ਼ਨੈਸ ਆ ਜਾਣੀ ਉਹਨਾਂ ਨੂੰ ਬੜਾ ਲਾਭ ਹੋਇਆ। ਦੇਖੋ ਵੀ 25 ਸਾਲ ਪਹਿਲਾਂ ਕੀ ਰੇਟ ਸੀ ਨਾ ਐਡਵਰਟਾਈਜ਼ਮੈਂਟ, ਉਦੋਂ ਵੀ ਇੰਨਾ ਸੀ, ਹੁਣ ਉਹਦੇ ਨਾਲੋਂ ਘੱਟ ਆ। ਉਹੀ ਆ ਨਾ, ਤੇ ਇਹਦੇ ਸਟੇਸ਼ਨ ਨੇ ਵਧਾ ਦਿੱਤੇ ਨੇ। ਉਹ ਹੌਲੀ ਹੌਲੀ ਉਹਦਾ ਕੰਟਰੈਕਟ ਦੇ ਮੁਤਾਬਕ ਉਹ ਥੋੜੀ ਵੀ ਸਾਡੇ ਪੰਜਾਬੀਆਂ ਨੂੰ ਕਿਰਾਏਦਾਰ ਦਾ ਕਿਰਾਇਆ ਨਹੀਂ ਵਧਾਉਣਾ ਤੇ ਮੁੜ ਕੇ ਦੂਜੇ ਸਾਲ ਵਧਾਉਣ ਜਾਣਾ ਤੇ ਉਹਨੇ ਅੱਖਾਂ ਵਿਖਾਉਣੀਆਂ ਵੀ ਬਾਲ ਇਨ ਯੂਰ ਹੈਂਡ। ਮੈਨੂੰ ਕੱਲ੍ਹ ਇੱਕ ਵੀਰ ਦੱਸਦਾ, ਕਹਿੰਦਾ ਵੀ 2 ਸਾਲ ਵਧਾਇਆ ਹੀ ਨਹੀਂ, ਤੀਜੇ ਸਾਲ ਮੈਂ ਵਧਾਉਣ ਲੱਗਾ, ਕਹਿੰਦੀ ਵੀ ਆਹ ਚੈੱਕ ਵਾ ਤੇ ਬਾਲ ਇਨ ਯੂਰ ਹੈਂਡ, ਅੱਖਾਂ ਕੱਢ ਕੇ ਕਹਿੰਦੀ ਵੀ ਕਰਨਾ ਜੋ ਕਰ ਲਾ, ਮੈਂ ਨਹੀਂ ਮੁੜ ਕੇ ਦੇਣਾ। 1.5 ਸਾਲ ਤੱਕ ਤੇ ਸਰਕਾਰ ਦੀ ਇੱਥੇ ਓਨਟਾਰੀਓ ਸਰਕਾਰ ਦੇ ਕੇਸ ਕਰ ਤਰੀਕਾਂ ਨਹੀਂ ਆਉਂਦੀਆਂ ਤੇ ਜਵਾਈ ਬਣ ਕੇ ਬੈਠੇ ਹੁੰਦੇ ਨੇ ਕਿਰਾਏਦਾਰ। ਲਾਹਨਤ ਹੈ ਇਹੋ ਜਿਹੇ ਕਾਨੂੰਨ ਨੂੰ। ਇਹ ਡਾਕਾ ਨਹੀਂ,
ਇਹ ਸ਼ਰੇਆਮ ਲੁੱਟਾਖੋਹ ਨਹੀਂ ਕਿ ਵੀ ਤੁਸੀਂ ਅੰਦਰ ਬੈਠੇ ਕੱਢ ਨਹੀਂ ਸਕਦੇ ਉਹਨਾਂ ਨੂੰ। ਤੁਸੀਂ ਕਮ ਸੇ ਕਮ ਇਹਨਾਂ ਬੇਸ਼ਰਮਾਂ ਦੇ ਉੱਤੇ 5 ਸਾਲ ਦਾ ਰੈਕਡ ਹੀ ਪਾ ਦਿਓ ਕਿ ਜਿਹੜਾ ਅਗਲਾ ਕਿਰਾਏਦਾਰ, ਅਗਲਾ ਮਾਲਕ ਮਕਾਨ ਇਹਨੂੰ ਕਿਰਾਏਦਾਰ ਬਣਾਉਣਾ, ਉਸ ਕਮ ਸੇ ਕਮ ਉਹ ਤੇ ਬਾਜੇ ਕਿਤੇ ਮਰ ਗਿਆ ਜਦੋਂ ਤੁਸੀਂ ਕਿਰਾਇਆ ਸਾਲ 1.5 ਸਾਲ ਇਹਨਾਂ ਨੇ ਮਾਰ ਲਿਆ। ਸਰਕਾਰਾਂ ਵੀ ਕਿਸੇ ਕੰਮ ਦੀਆਂ ਨਹੀਂ ਇੱਥੇ। ਵੈਸੇ ਕਾਨੂੰਨ ਬਣਿਆ ਸੀ ਚੰਗਿਆਂ ਵਾਸਤੇ ਬਣਿਆ ਸੀ, ਇਹਨਾਂ ਨੂੰ ਕੀ ਪਤਾ ਨਾਲ ਭੂਤ ਨੇ ਵੀ ਆ ਜਾਣੇ, ਇੱਥੋਂ ਹੀ ਭੂਤੇ ਜੰਮ ਪੈਣੇ ਨੇ। ਦੇਖੋ ਜੀ, ਜਦੋਂ ਆਪਾਂ ਐਡਮਿਨਿਸਟ੍ਰੇਸ਼ਨ ਨਾਲ ਇਹ ਗੱਲਾਂ ਕਰਦੇ ਹਾਂ ਤੇ ਇਹ ਜਿਹੜੀਆਂ ਸਿਚੁਏਸ਼ਨ ਹੁਣ ਭੂਤਨੇ ਵਾਲੇ ਤੁਸੀਂ ਲਫ਼ਜ਼ ਬੜੇ ਵਧੀਆ ਵਰਤਦੇ ਹੋ, ਹੈ ਉਹ ਜਾਣੀ ਭੂਤਨੇ ਤੇ ਭੂਤਨੀਆਂ ਹੀ ਆ। ਮਤਲਬ ਜਿਹੜੇ ਨੇ ਇਨਕਮਸ ਆ ਰਹੀ ਆ ਜਾਂ ਜਾਣੀ ਕਿ ਕੋਈ ਗਵਰਨਮੈਂਟ ਨਾਲ ਠੱਗੀ ਠੁੱਗੀ ਮਾਰ ਕੇ CRB ਬਾਕੀ ਸਾਰੇ ਜਾਣੀ ਇਨਕਮ ਤੇ ਆ ਹੀ ਰਹੀ ਆ ਘਰ ਦੇ ਆ ਰਹੀ ਹੈ, ਤੇ ਕਿਰਾਇਆ ਨਾ ਦੇਣ ਦੀ ਡਜ਼ਨਟ ਮੇਕ ਐਨੀ ਸੈਂਸ। ਤੇ ਉਹ ਸਿਰਫ ਤੇ ਸਿਰਫ ਜਾਣੀ ਕਿ ਸਾਡਾ ਕਿਰਦਾਰ ਆ ਜਿਹੜਾ ਭਾਜੀ, ਇਹ ਸਿਰਫ ਰੈਜ਼ੀਡੈਂਸੀ ਤੇ ਹੀ ਆ, ਘਰਾਂ ਦੇ ਉੱਤੇ ਹੀ ਆ, ਬਿਜ਼ਨਸਮੈਨ ਤੇ ਨਹੀਂ। ਬਿਜ਼ਨਸਮੈਨ ਤੇ ਤੁਸੀਂ ਜਿਹੜਾ ਕਮਰਸ਼ੀਅਲ ਪ੍ਰਾਪਰਟੀ ਰੈਂਟ ਤੇ ਦਿੱਤੀ ਹੈ, ਦੂਜੇ ਦਿਨ ਜਿੰਦਰਾ ਲਾ ਦੋ ਨਹੀਂ ਕਿਰਾਇਆ ਮਿਲਿਆ ਤੇ 1 ਮਹੀਨੇ ਦਾ ਵੱਧ ਤੋਂ ਵੱਧ 15 ਦਿਨਾਂ ਦਾ, 20 ਦਿਨਾਂ ਦਾ, 25 ਦਿਨਾਂ ਦਾ ਜਿੰਦਰਾ ਤੁਸੀਂ ਚੇਂਜ ਕਰ ਦਿਓ, ਅਗਲਾ ਆਪੇ ਕਿਰਾਇਆ ਦੇਣ ਆਉਂਦਾ। ਉਹ ਡਿਫਰੈਂਟ ਲਾਭ, ਉਹ ਕੋਈ ਡਿਫਰੈਂਟ ਲਾਭ ਹੈ। ਉਹ ਇਸ ਕਰਕੇ ਕਹਿੰਦੇ ਜੀ ਕਿ ਅਸੀਂ ਫੈਮਲੀਜ਼ ਨੂੰ ਰੋਡ ਤੇ ਨਹੀਂ ਲਿਆ ਸਕਦੇ, ਨਹੀਂ ਲਿਆ ਸਕਦੇ। ਤੇ ਜਿਹੜਾ ਜਿੰਨੇ ਵਿਚਾਰੇ ਨੇ ਤੀਲਾ ਜੋੜ ਕੇ ਲਿਆ, ਉਹਦਾ ਕੀ ਕਸੂਰ ਆ? ਉਹਨੂੰ ਤੁਸੀਂ ਦੇ ਦਿਓ ਫਿਰ। ਤੇ ਨਹੀਂ ਲਿਆ ਸਕਦੇ, ਜਿਹੜੀ ਫੈਮਲੀਜ਼ ਨੂੰ ਅੱਧਾ ਕਿਰਾਇਆ ਹੀ ਦਿਓ ਤਾਂ ਅਗਲਾ ਬਿੱਲ ਨਹੀਂ ਪੇ ਕਰ ਸਕਦਾ, ਪ੍ਰਾਪਰਟੀ ਟੈਕਸ ਪੇ ਕਰਨੇ ਨੇ, ਉਹਨੇ ਮੌਰਗੇਜ ਪੇ ਕਰਨੀ ਨਹੀਂ, ਉਹਦਾ ਉਹ ਬੈਂਕਰਪਟ ਕੋ ਹੁੰਦਾ ਕੀ, ਉਹਦਾ ਕੌਣ ਜ਼ਿੰਮੇਵਾਰ ਆ? ਫਿਰ ਸਰਕਾਰ ਨੂੰ ਉਹ ਧੂਵੇ, ਸਰਕਾਰ ਤੇ ਕੇਸ ਕਰੇ। ਉਹ ਮੈਨੂੰ ਦੱਸੋ ਮੇਰਾ ਕੀ ਕਸੂਰ ਆ? ਦੇਖੋ ਜੀ, ਜਦੋਂ ਇਹ ਲਿਬਰਲ ਵਾਲੇ ਹੁਣ ਮੰਗ ਕਰ ਰਹੇ ਸੀਗੇ ਜੀ ਵੀ ਐਵਿਕਸ਼ਨ ਬੈਨ ਲਾ ਦਿਓ, ਤੇ ਅਸੀਂ ਉੱਥੇ ਕੁਐਸਚਨ ਭੇਜਿਆ ਸੀਗਾ ਵੀ ਇਹ ਓਨਰਸ ਬਾਰੇ ਕੀ ਸੋਚਿਆ। ਪ੍ਰਾਪਰਟੀ ਓਨਰ ਹੈ ਵੀ ਉਹਨਾਂ ਲਈ ਵੀ ਮੰਗ ਕਰ ਰਹੇ ਹੋ ਵੀ ਮੌਰਗੇਜ ਵੀ ਗਵਰਨਮੈਂਟ ਦੇਵੇ ਜੇ ਐਵਿਕਸ਼ਨ ਬੈਨ ਲਾਉਣਾ ਤਾਂ। NDP ਵਾਲੀ ਬੀਬੀ ਵੀ ਕਹਿੰਦੀ ਸੀ ਹਾਂ, ਉਹਨਾਂ ਦੋਨੇ ਇੱਕੋ ਹੁੰਦੇ ਸੀ ਉਹ ਇਹੋ ਜਿਹੇ ਮਾਮਲਿਆਂ 'ਚ, ਪਰ ਉਹ ਕਿਉਂਕਿ ਵੋਟ ਰਾਜਨੀਤੀ ਉਹ ਭਾਅ ਪੱਧਰੇ ਇਹ ਵੀ ਨਹੀਂ ਗਏ ਕੰਜ਼ਰਵੇਟਿਵ ਵਾਲੇ ਵੀ। ਇਹਨਾਂ ਨੂੰ ਇਹ ਵੀ ਇਹਨਾਂ ਨੇ ਕਿਹੜਾ ਕਰਨਾ, ਇਹ ਵੀ ਸਿਰਫ ਉਹ ਟੋਟੀ ਉਹੀ ਆ, ਪਾਣੀ ਉਹਦਾ ਹੀ ਪੀਣਾ ਇਹਨਾਂ ਨੇ ਵੀ। ਖੈਰ, ਕੈਨੇਡਾ ਦੀ ਸਰਕਾਰ ਯੂਕਰੇਨ ਤੋਂ ਵੀਜ਼ਾ ਸ਼ਰਤਾਂ ਨੂੰ ਫਿਲਹਾਲ ਨਹੀਂ ਹਟਾ ਰਹੀ। ਅੱਛਾ, ਆ ਇੰਸ਼ੋਰੈਂਸ ਮਸਲਾ ਕਿੰਨੇ ਚਿਰ ਦਾ? ਇਹਦੇ ਉੱਤੇ ਪੌੜੀਆਂ ਦੇ ਪੈਰ ਰੱਖ ਕੇ ਜਗਮੀਤ ਹੋਣੀ ਕਿੱਥੇ ਪਹੁੰਚ ਗਏ? ਕਿੰਨੇ ਸਬਜ਼ ਬਾਗ ਵਿਖਾਏ? ਹੈ ਕੋਈ ਪੰਚਾਂ ਦਾ ਕਿਆ ਸਿਰ ਮੱਥੇ ਕੋਈ ਘਟਿਆ ਜੇ 2% ਘਰ ਦਾ ਅਗਲੇ 4% ਵੱਧ ਕੇ ਆ ਜਾਂਦਾ? ਇਹ ਸਭ ਰਾਜਨੀਤੀ ਆ, ਇਹ ਢੋਂਗ ਆ ਸਿਰਫ। ਜਿਹੜੀਆਂ ਕਮਿਊਨਿਟੀਜ਼ ਆ ਨਾ ਇਮੀਗ੍ਰੈਂਟਸ ਵੀ ਇੱਥੇ, ਉਹਨਾਂ ਚੋਂ ਵੀ ਜਾਣੀ ਆਪਣੀਆਂ ਵੀ ਗਾਂ ਉਹਨਾਂ ਦੇ ਸਿਰ ਤੇ ਹੀ ਪੋਲੀਟਿਕਸ ਆਪਣੀਆਂ ਪੌੜੀਆਂ ਚੜ੍ਹਨ ਵਾਲੇ ਵਿੱਚੋਂ ਹੀ ਪੈਦਾ ਹੋ ਜਾਂਦੀਆਂ। ਬਿਲਕੁਲ। ਕੈਨੇਡਾ ਦੀ ਸਰਕਾਰ ਤੁਹਾਡੇ ਕੋਲ ਵੀ ਅਸੀਂ ਤੁਹਾਡੇ ਵਿੱਚੋਂ ਆ ਸਾਰਾ ਪਤਾ ਜੀ, ਕਮਾਲਾਂ ਕਰ ਦਿਆਂਗੇ ਉੱਥੇ ਜਾ ਕੇ। ਹੁਣ ਕਿੰਨੀਆਂ ਕੁ ਕਮਾਲਾਂ ਉੱਥੇ ਕਰਤੀਆਂ ਪਿਛਲੇ 25-30 ਸਾਲਾਂ ਚ ਦੇਖ ਹੀ ਰਹੇ ਆ। ਕਿੰਨੀਆਂ ਕੁ ਕਮਾਲਾਂ ਹੋ ਗਈਆਂ? ਇਹਨਾਂ ਦੀਆਂ ਕਮਾਲਾਂ ਜ਼ਰੂਰ ਹੋ ਗਈਆਂ, ਇਹਨਾਂ ਦੇ ਘਰ ਵੱਡੇ ਹੋ ਗਏ ਹੋਣਗੇ, ਇਹਨਾਂ ਦੀਆਂ ਪੈਨਸ਼ਨਾਂ ਲੱਗ ਗਈਆਂ ਹੋਣਗੀਆਂ। ਵਾਈਟ ਕਾਲਰ, ਹਾਂਜੀ ਜੀ ਬਿਲਕੁਲ। ਇਹਨਾਂ ਦੇ ਲਿੰਕ ਬਣ ਗਏ ਹੋਣਗੇ, ਇਹਨਾਂ ਦੇ ਸੋਰਸਸ ਬਣ ਗਏ ਹੋਣਗੇ, ਵੱਡੀਆਂ ਜੌਬਸ ਤੇ ਆਪਣੇ ਬੱਚੇ, ਜਿਵੇਂ ਉੱਥੋਂ ਵਾਲੇ ਨੇ ਘਾਟੇ ਵੀ ਨਹੀਂ, ਆਪਣੇ ਬੱਚਿਆਂ ਨੂੰ ਸੈੱਟ ਕਰਾ ਦੇਣਗੇ, ਰਿਸ਼ਤੇਦਾਰਾਂ ਨੂੰ ਸੈੱਟ ਕਰਾ ਦੇਣਗੇ, ਮਤਲਬ ਕਿ ਡਿਫਰੈਂਟ ਤਰੀਕੇ ਦੇ ਨਾਲ ਹੋ ਜਾਊਗਾ। ਪਰ ਚਲੋ, ਯੂਕਰੇਨ ਤੋਂ ਵੀਜ਼ਾ ਸ਼ਰਤਾਂ ਨੂੰ ਫਿਲਹਾਲ ਨਹੀਂ ਹਟਾ ਰਹੀ ਕੈਨੇਡਾ ਸਰਕਾਰ। ਇਹਦੇ ਬਾਰੇ ਕਰ ਲਈ ਗੱਲ। ਬਿਲਕੁਲ। ਸੋ ਆਪਣੇ ਬੱਚੇ ਵੱਡੇ ਅਹੁਦਿਆਂ ਤੇ ਜਾਣੇ ਚਾਹੀਦੇ ਨੇ, ਲੋਕਾਂ ਦੇ ਸ਼ਹੀਦ ਹੋਣੇ ਚਾਹੀਦੇ ਆ ਕੁੱਲ ਮਿਲਾ ਕੇ। ਲੇਕਿਨ ਕਿ ਜੀ ਦੇਖੋ, ਇਹ ਯੂਕਰੇਨ ਦੇ ਵਿੱਚ ਸ਼ਹੀਦੀਆਂ ਸ਼ਹਾਦਤਾਂ ਜਾਰੀ ਨੇ ਜੀ ਵੀ ਬੜੀ, ਕਿਉਂਕਿ ਰਸ਼ੀਆ ਨੇ ਸੋਚਿਆ ਸੀਗਾ ਵੀ 1-2 ਦਿਨਾਂ 'ਚ ਕਰ ਦਿਆਂਗੇ ਕੰਮ ਤਮਾਮ, ਪਰ ਅੱਜ ਦੇਖੋ ਪੂਰਾ ਹਫ਼ਤਾ ਹੋ ਗਿਆ ਤੇ ਪੂਰੇ ਸਖਤ ਮੁਕਾਬਲੇ ਦਾ ਸਾਹਮਣਾ ਹੈ ਤੇ ਗੱਲਬਾਤ ਜਿਹੜੀ ਆ ਉਹ ਫਿਰ ਦੋਨਾਂ ਧਿਰਾਂ ਦੇ ਵਿੱਚ ਹੋਣ ਜਿਹੜੀ ਆ ਉਹ ਜਾ ਰਹੀ ਹੈ ਅੱਜ ਹੀ। ਇਹਦਾ ਦੇਖਦੇ ਹਾਂ ਕੀ ਸਿੱਟਾ ਨਿਕਲਦਾ, ਪਰ ਇਨ ਬਿਟਵੀਨ ਆਪਾਂ ਦੇਖ ਰਹੇ ਹਾਂ ਵੀ 5-6 ਲੱਖ ਜਿਹੜੇ ਆਲਰੇਡੀ ਯੂਕਰੇਨੀਅਨਸ ਹੈਗੇ ਆ ਉਹ ਆਪਣੇ ਮੁਲਕ ਨੂੰ ਛੱਡ ਚੁੱਕੇ ਨੇ। ਉਸੇ ਨਾਲ ਵਾਲੇ ਜਿਹੜੇ ਬੋਰਡਰਿੰਗ ਕੰਟਰੀਜ਼ ਹੈਗੇ ਆ ਉੱਥੇ ਬੜੀ ਸਿਚੁਏਸ਼ਨ ਜਿਹੜੀ ਆ ਵੀ ਤਰਸਯੋਗ ਬਣਦੀ ਜਾ ਰਹੀ ਆ, ਇੰਨੀ ਵੱਡੀ ਤਾਦਾਦ ਦੇ ਵਿੱਚ ਰੈਫਿਊਜੀਜ਼ ਨੂੰ ਸੰਭਾਲਣ ਦੇ ਲਈ। ਕੱਲ ਫਿਰ ਇੱਥੇ ਸਾਡੇ ਜਿਹੜੀ ਸੰਸਦੀ ਕਮੇਟੀ ਆ ਜੀ, ਬਕਾਇਦਾ ਤੌਰ ਤੇ ਇਹ ਰਿਵਿਊ ਕਰ ਰਹੇ ਸੀਗੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਤੇ ਬਾਕੀ ਸਾਰੀ ਜੋ ਵੀ ਪਾਲਿਸੀਜ਼ ਆ। ਉਸ ਸਿਲਸਿਲੇ 'ਚ ਪਤਾ ਲੱਗਾ ਵੀ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੈਂਬਰ ਸੀਗੇ ਪਾਰਲੀਮੈਂਟਰੀ ਕਮੇਟੀ ਦੇ, ਵੀ ਉਹਨਾਂ ਨੇ ਮੋਸ਼ਨ ਲੈ ਕੇ ਆਂਦਾ ਸੀ ਚਾਵਲਾ ਜੀ ਵੀ ਜਿਹੜੇ ਯੂਕਰੇਨੀਅਨਸ ਹੈਗੇ ਆ ਉਹਨਾਂ ਤੋਂ ਵੀਜ਼ਾ ਜਿਹੜੀ ਰਿਕੁਆਇਰਮੈਂਟ ਹਟਾ ਲਈ ਜਾਵੇ ਤਾਂ ਕਿ ਉਹ ਆਰਾਮ ਨਾਲ ਕੈਨੇਡਾ ਦੇ ਵਿੱਚ ਆ ਸਕਣ, ਉਹਨਾਂ ਨੂੰ ਆਪਰਚੁਨਿਟੀ ਮਿਲ ਸਕੇ। ਇਹਦਾ ਜਿਹੜਾ ਜੀ ਵਿਰੋਧ ਵੈਸੇ NDP ਨੇ ਵੀ ਇਸ ਚੀਜ਼ ਨੂੰ ਕੰਡੈਮ ਕੀਤਾ, ਬਾਅਦ ਦੇ ਵਿੱਚ ਕੰਜ਼ਰਵੇਟਿਵ ਨੇ ਤੇ ਚਲੋ ਕਰਨਾ ਹੀ ਸੀ ਕਿਉਂਕਿ ਮੋਸ਼ਨ ਉਹ ਫੇਲ ਹੋ ਗਿਆ। ਪਾਰਲੀਮੈਂਟਰੀ ਕਮੇਟੀ ਦੇ ਵਿੱਚ ਉਹ ਮੋਸ਼ਨ ਫੇਲ ਹੋ ਗਿਆ ਕਿਉਂਕਿ ਵੀ ਉਹਦੇ ਅਗੇਂਸਟ ਜਿਹੜੇ ਲਿਬਰਲ ਪਾਰਟੀ ਦੇ ਮੈਂਬਰ ਸੀਗੇ, ਪਾਰਲੀਮੈਂਟ ਮੈਂਬਰ ਸੀਗੇ, ਉਹਨਾਂ ਨੇ ਜਾਣੀ ਕਿ ਉਹਦੇ ਮੋਸ਼ਨ ਦੇ ਖਿਲਾਫ ਵੋਟਾਂ ਪਾਈਆਂ
ਕੋਈ ਵੋਟ ਪੋਲੀਟਿਕਸ ਜਾਂ ਗੱਲ ਕੋਈ ਪੋਲੀਟਿਕਸ ਵੀ ਹੁੰਦੀ ਆ, ਵੀ ਜੇ ਕੰਜ਼ਰਵੇਟਿਵ ਕੋਈ ਮੋਸ਼ਨ ਲੈ ਕੇ ਆਏ ਨੇ ਤੇ ਉਹ ਲਿਬਰਲ ਨੇ ਪਾਸ ਨਹੀਂ ਹੋਣਾ ਦੇਣਾ, ਤੇ ਜੇ ਲਿਬਰਲ ਕੋਈ ਲੈ ਕੇ ਆਏ ਨੇ ਤੇ ਕੰਜ਼ਰਵੇਟਿਵ ਨੇ ਵਿਰੋਧ ਕਰਨਾ ਹੀ ਕਰਨਾ, ਕਿਉਂਕਿ ਵਿਰੋਧੀ ਪਾਰਟੀ ਆ। ਸੋ ਕੁੱਲ ਮਿਲਾ ਕੇ ਜਾਣੀ ਕਿ ਹਾਲ ਦੀ ਘੜੀ ਜੋ ਸਿਚੁਏਸ਼ਨ ਬਣ ਰਹੀ ਆ, ਇਹਦੇ ਵਿੱਚ ਜਿਹੜਾ ਯੂਕਰੇਨੀਅਨਸ ਨੂੰ ਵੀਜ਼ਾ ਰਿਕੁਆਇਰਮੈਂਟ ਹੈ ਕੈਨੇਡਾ ਦੀ, ਵੀ ਉੱਥੋਂ ਰਾਹਤ ਨਹੀਂ ਮਿਲ ਰਹੀ। ਬਾਕੀ ਦੀਆਂ ਅਨਾਊਂਸਮੈਂਟਸ ਕੈਨੇਡੀਅਨ ਗਵਰਨਮੈਂਟ ਜਿੰਨੀਆਂ ਮਰਜ਼ੀ ਭਾਵੇਂ ਕਰ ਰਹੇ ਨੇ, ਪਰ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ ਜੀ, 4000 ਦੇ ਕਰੀਬ ਐਪਲੀਕੇਸ਼ਨ ਜਿਹੜੀਆਂ ਆਲਰੇਡੀ ਅਪਰੂਵ ਕਰ ਦਿੱਤੀਆਂ ਪਿਛਲੇ ਦਿਨਾਂ ਦੇ ਵਿੱਚ, ਲੋਕਾਂ ਨੂੰ ਲਿਆਉਣ ਲਈ ਰਾਹ ਸੌਖੇ ਕੀਤੇ ਜਾ ਰਹੇ ਨੇ, ਪਰ ਬਿਲਕੁਲ ਜਾਣੀ ਕਿ ਦਰਵਾਜ਼ਾ ਖੁੱਲ੍ਹਾ ਨਹੀਂ ਕੀਤਾ ਜਾ ਰਿਹਾ ਵੀਜ਼ਾ ਦੀ ਸ਼ਰਤ ਜਿਹੜੀ ਹਟਾ ਕੇ ਜੀ। ਕਾਲਰ ਨੇ ਦੋ, ਦੇਖਦੇ ਆ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਜਰਨੈਲ ਸਿੰਘ ਬੋਲ ਰਿਹਾ ਜੀ। ਜੀ ਸਰਦਾਰ ਜਰਨੈਲ ਸਿੰਘ ਜੀ, ਬੋਲੋ। ਕਾਬਰਾ ਸਾਹਿਬ ਤੇ ਆਪਣੇ ਜੋਹਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਆ ਜਿਹੜਾ ਤੁਸੀਂ ਕਮਰਸ਼ੀਅਲ ਬਾਰੇ ਕਿਹਾ ਵੀ ਰੇਟ ਘੱਟ ਹੁੰਦੇ ਜਾਂਦੇ ਆ, ਇਹ ਜਿਹੜੇ ਤੁਹਾਡੇ ਕਮਰਸ਼ੀਅਲ ਵਾਲੇ ਬਹੁਤ ਚੰਗੇ ਆ। ਚੰਗੇ ਆ ਜੀ, ਚੰਗੇ, ਬਹੁਤ ਵਧੀਆ। ਤੇ ਸੁਣਨ ਵਾਲੇ ਵੀ ਚੰਗੇ ਆ। ਤੇ ਜੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਘਾਟਾ ਪਿਆ ਨਾ, ਅਸੀਂ ਖੜੇ ਆ ਘੱਟ ਸੁਣਨ ਵਾਲੇ। ਲਵ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ, ਸੋ ਨਾਈਸ। ਮੈਂ ਤਾਂ ਨਹੀਂ ਕਰਦਾ, ਠੀਕ ਆ। ਨਹੀਂ ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਤੁਸੀਂ ਬਿਜ਼ਨਸਮੈਨਾਂ ਦਾ ਸਾਥ ਦੇ ਦਿਓ, ਬੈਕਬੋਨ ਚੜ੍ਹਦੀ ਕਲਾ ਚ ਰਹੋ। ਥੈਂਕ ਯੂ, ਥੈਂਕ ਯੂ। ਜੌਲ ਦੀ ਜਿਹੜੀ ਜਿੰਨਾ ਵੀ ਜੌਲ ਦਿੰਦਾ ਨਾ, ਇਹ ਸਾਨੂੰ ਇੱਕ ਕਿਸਮ ਦਾ ਨਸ਼ਾ ਲੱਗ ਗਿਆ ਤੇ ਸੁਣਨ ਦਾ ਜੌਲ ਨੂੰ। ਬਸ ਚਲੋ, ਇਹ ਫੀਮ ਦਾ ਨਸ਼ਾ, ਦਾ ਨੁਕਸਾਨ ਕੋਈ ਨਹੀਂ, ਸ਼ੂਗਰ ਕਿਲ ਕਰਦਾ। ਜਲ ਸਾਹਿਬ ਸੌਰੀ। ਅਗਲੀ ਕਾਲ। ਹੈਲੋ ਹੈਲੋ, ਚਲੋ ਇਹ ਚਲੇ ਗਏ ਨੇ। ਅੱਛਾ ਜਲ ਸਾਹਿਬ, ਇੱਕ ਸਵਾਲ ਉੱਠਦਾ ਵੈਸੇ ਤੇ, ਚਲੋ ਕਦੇ ਇਹੋ ਜਿਹਾ ਹੋਵੇ ਹੀ ਨਾ। ਕਹਿੰਦੇ ਹੁਣੇ ਮੈਂ ਇੱਕ ਵੀਰ ਦਾ ਮੈਸੇਜ ਸੁਣ ਰਿਹਾ ਸੀ ਨਾਲ ਹੀ, ਕਹਿੰਦੇ ਵੀ ਕੈਨੇਡਾ ਦੇ ਵਿੱਚ ਜਿਹੜੀ ਸਾਡੀ ਭਾਰਤੀ ਵਸੋਂ ਬਹੁਤ ਵੱਡੀ ਹੈ, ਤੇ ਜੇ ਰੱਬ ਨਾ ਕਰੇ ਕਿ ਇਹੋ ਜਿਹਾ ਮਸਲਾ ਖੜਾ ਹੁੰਦਾ ਤੇ ਫਿਰ ਇਹਨਾਂ ਨੂੰ ਕਿਵੇਂ ਕੱਢਿਆ ਜਾਵੇਗਾ, ਇਹ ਤਾਂ ਬਹੁਤ ਟਾਈਮ ਲੱਗਣਾ। ਪਰ ਮੈਨੂੰ ਪੂਰੀ ਉਮੀਦ ਆ ਕਿ ਕੈਨੇਡਾ ਦੇ ਨਾਲ ਜਿਹੜੇ ਖੜੇ, ਕੈਨੇਡਾ ਦੇ ਵਿੱਚ ਜਿਹੜੇ ਵੀ ਨੇ, ਚਾਹੇ ਉਹ ਸਟੂਡੈਂਟ ਨੇ, ਚਾਹੇ ਪੰਜਾਬੀ ਨੇ, ਚਾਹੇ ਭਾਰਤੀ ਨੇ, ਉਹ ਡਾਂਗ ਬਰਾਬਰ ਫੜਨਗੇ ਕੈਨੇਡਾ ਦੇ ਲਈ। ਦੇਖੋ ਜੀ, ਵੀ ਇੱਥੇ ਰਾਈਟਸ ਐਂਡ ਰਿਸਪੌਂਸਿਬਿਲਿਟੀਜ਼ ਆ ਜਾਂਦੀਆਂ। ਵੀ ਯੂਕਰੇਨ ਦੇ ਵਿੱਚ ਸਿਚੁਏਸ਼ਨ ਸਾਡੀ ਕਮਿਊਨਿਟੀ ਦੀ ਹੋਰ ਆ, ਕੈਨੇਡਾ ਦੇ ਵਿੱਚ ਸਿਚੁਏਸ਼ਨ ਡਿਫਰੈਂਟ ਆ। ਯੂਕਰੇਨ ਦੇ ਵਿੱਚ ਤਾਂ ਉਹ ਟੈਂਪਰੇਰੀਲੀ ਗਏ ਆ, ਖਰਚੇ ਇਨਵੈਸਟਮੈਂਟ ਕਰਕੇ ਗਏ ਆ, ਯੂਕਰੇਨ ਦੀ ਇਕੋਨਮੀ 'ਚ ਕੰਟਰੀਬਿਊਟ ਕਰ ਰਹੇ ਨੇ, ਉੱਥੇ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ, ਆਪਣਾ ਫਿਊਚਰ ਬੈਟਰ ਕਰਨ ਦੀ ਆਸ ਦੇ ਵਿੱਚ, ਤੇ ਇੱਕ ਦਿਨ ਉਹਨਾਂ ਨੇ ਉੱਥੋਂ ਮੁੜਨਾ ਹੀ ਮੁੜਨਾ, ਜਾ ਕੇ ਤੇ ਗਾਹ ਨਿਕਲਣਾ। ਜੀ ਜੀ। ਯੂਕਰੇਨ ਦੇ ਵਿੱਚ ਸਦਾ ਵਾਸਤੇ ਰਹਿਣ ਦੀ ਉਹਨਾਂ ਦੀ ਪਲੈਨਿੰਗ ਨਹੀਂ ਆ। ਬਹੁਤ ਸਾਰੇ ਲੋਕ ਆਪਣੇ ਜਿਹੜੇ ਆਲਰੇਡੀ ਪਿਛਲੇ ਸਾਲਾਂ 'ਚ ਡਿਪਲੋਮੇ ਪੂਰੇ ਕਰਕੇ ਜਾਂਦੇ ਰਹੇ ਨੇ, ਨੌਜਵਾਨ ਲੜਕੀਆਂ, ਹਨਾ। ਸੋ ਇਸ ਕਰਕੇ ਵੀ ਯੂਕਰੇਨ ਦੇ ਲਈ ਤਾਂ ਉਹਨਾਂ ਸਟੂਡੈਂਟਸ ਦੀ ਫੈਮਿਲੀ ਦਾ ਕੋਈ ਕੰਟਰੀਬਿਊਸ਼ਨ ਹੋਏਗਾ। ਚਲੋ ਫਿਰ ਜਿਹੜਾ ਮਤਲਬ ਇਹ ਇੱਕ ਐਜੂਕੇਸ਼ਨ ਅੱਜ ਕੱਲ੍ਹ ਟ੍ਰੇਡ ਹੀ ਹੈ, ਦੁਕਾਨਦਾਰੀ ਹੈ, ਬਿਜ਼ਨਸ ਹੈ, ਲੋਕ ਫੀਸ ਭਰਦੇ ਨੇ, ਤੇ ਐਜੂਕੇਸ਼ਨ ਜਿਹੜੀ ਆ ਉਹ ਜਿੰਨੇ ਵੀ ਉਹਨਾਂ ਦੇ ਅਦਾਰੇ ਚੱਲਦੇ ਆ, ਬਿਲਡਿੰਗਾਂ ਚੱਲਦੀਆਂ, ਸਟਾਫ ਚੱਲਦਾ, ਉਹਨਾਂ ਦੀਆਂ ਤਨਖਾਹਾਂ ਫੀਸਾਂ ਤੋਂ ਹੀ ਚੱਲਦੀਆਂ ਨੇ ਨਾ ਜੀ। ਸੋ ਇਸ ਕਰਕੇ ਅਸੀਂ ਹੁਣ ਭਾਈ ਕਨਈਆ ਜੀ ਸੀਗੇ, ਉਹਨਾਂ ਨੇ ਵੋਲੰਟਰੀਲੀ ਚੂਜ਼ ਕੀਤਾ ਸੀ ਸੰਗਤਾਂ ਦੀਆਂ ਸੇਵਾ ਕਰਨੀਆਂ, ਚਾਹੇ ਭਾਵੇਂ ਉਹ ਦੁਸ਼ਮਣ ਆ ਤੇ ਭਾਵੇਂ ਉਹ ਸਾਥੀ ਹੈ। ਬਿਲਕੁਲ ਬਿਲਕੁਲ, ਉਹਨਾਂ ਨੂੰ ਕਿਸੇ ਨੇ ਮਜਬੂਰ ਨਹੀਂ ਸੀ ਕੀਤਾ। ਸੋ ਇਸ ਕਰਕੇ ਜੰਗਾਂ 'ਚ ਵਲੰਟੀਅਰ ਬਣਨਾ, ਹਿੱਸਾ ਲੈਣਾ ਹਰ ਵਿਅਕਤੀ ਦਾ ਨਿੱਜੀ ਫੈਸਲਾ ਹੈ ਜੀ। ਜੇ ਉਹ ਨਹੀਂ ਲੈਣ ਦਾ ਫੈਸਲਾ ਕਰਦਾ ਤੇ ਅਸੀਂ ਉਹਨੂੰ ਗਾਲ ਨਹੀਂ ਕੱਢ ਸਕਦੇ, ਮਾੜਾ ਨਹੀਂ ਕਹਿ ਸਕਦੇ, ਉਹਦਾ ਫੈਸਲਾ ਹੈ। ਕਿਉਂਕਿ ਉਹ ਯੂਕਰੇਨ ਪ੍ਰਤੀ ਉਹਦੀ ਰਿਸਪੌਂਸਿਬਿਲਿਟੀ ਕੋਈ ਨਹੀਂ, ਮਨੁੱਖਤਾ ਪ੍ਰਤੀ ਹੈਗੀ ਆ, ਉਹ ਕਰ ਸਕਦੇ ਨੇ। ਪਰ ਜੇ ਇਹਦਾ ਨਹੀਂ ਵੀ ਉਹਨਾਂ ਨੇ ਕੀਤਾ ਤੇ ਉਹਦੇ ਵਾਸਤੇ ਜਾਣੀ ਜਿਹੜੇ ਉੱਥੇ ਮਤਲਬ ਟੈਂਪਰੇਰੀ ਲੋਕ ਗਏ ਨੇ, ਉਹਨਾਂ ਦਾ ਕਸੂਰ ਨਹੀਂ ਕੱਢ ਸਕਦੇ। ਸਾਡੇ ਇੱਥੇ ਕੈਨੇਡਾ ਦੇ ਵਿੱਚ ਹੁਣ ਇੰਡੀਅਨ ਕਮਿਊਨਿਟੀ ਕਹਿਣ ਨੂੰ ਜ਼ਰੂਰ ਹੈ, ਪਰ ਅਸੀਂ ਕੈਨੇਡਾ ਦੇ ਨਾਲ ਜੜ੍ਹਾਂ ਤੱਕ ਜੁੜੇ ਹੋਏ ਲੋਕ, ਮੰਤਰੀ ਤੱਕ ਬੈਠੇ ਨੇ, ਹਨਾ। ਸੋ ਇਹਨਾਂ ਨੂੰ ਮੁੜ ਕੇ ਇੰਡੀਅਨ ਗਵਰਨਮੈਂਟ ਨੇ ਥੋੜ੍ਹਾ ਕਰਨਾ, ਕਿਉਂਕਿ ਕੈਨੇਡੀਅਨ ਸਿਟੀਜ਼ਨ ਨੇ ਆਲਰੇਡੀ, ਮੁੱਖ ਮੰਤਰੀ ਬਣਾਤਾ, ਕੈਨੇਡੀਅਨ ਸਿਟੀਜ਼ਨ ਆ, PR ਆ। ਜਿੰਨੇ ਵੀ ਭਾਰਤੀ, ਮੈਂ ਭਾਰਤੀ ਕਹੂੰਗਾ, ਸਟੂਡੈਂਟ ਕੈਨੇਡਾ ਦੇ ਵਿੱਚ ਆਏ ਨੇ, ਉਹ ਬਰਾਬਰ ਮੇਰੀ 100% ਦਿਲੋਂ ਇਹ ਮੈਂ ਪੂਰਾ ਯਕੀਨ ਰੱਖਦਾ ਕਿ ਡਾਂਗ ਨਾਲ ਡਾਂਗ ਖੜਕਾਉਣ ਲਈ ਤਿਆਰ ਹੋਣਗੇ। ਜਿਹੜਾ ਦੁਸ਼ਮਣ ਆਵੇਗਾ ਕੈਨੇਡਾ ਵੱਲ ਮੂੰਹ ਚੱਕ ਕੇ, ਪਹਿਲੀ ਗੱਲ ਤੇ ਦੁਆ ਕਰੋ ਇਹੋ ਜਿਹਾ ਕੁਝ ਹੋਵੇ ਨਾ। ਅੱਛਾ ਜਲ ਸਾਹਿਬ, ਦੋ ਸਵਾਲ ਨੇ, ਸਮਾਂ ਵਾਈਂਡ ਅਪ ਕਰਨਾ ਆਪਾਂ। ਚੱਲ ਜੀ ਇੰਨਾ ਕੁ ਦੱਸ ਦਈਏ ਵੀ ਕੋਵਿਡ ਦੇ ਵਿੱਚ ਹੁਣ ਕੈਨੇਡਾ ਤੇ ਯੂਕਰੇਨ ਦਾ ਫਰਕ ਹੈ। ਕੋਵਿਡ ਦੇ ਵਿੱਚ ਉਹ ਵੀ ਨਹੀਂ ਸੀ ਗਏ, ਉਹ ਵੀ ਨਹੀਂ ਸੀ ਗਈਆਂ ਵਾਪਸ, ਜਦੋਂ ਕਿ ਇੰਡੀਆ ਗਵਰਨਮੈਂਟ ਨੇ ਪੂਰਾ ਫੈਸਿਲੀਟੇਟ ਕੀਤਾ ਸੀ ਵੀ ਲਿਜਾਨੇ ਆ ਫਲਾਈਟਾਂ। ਹਾਂਜੀ ਹਾਂਜੀ, ਇੱਥੇ ਰਹੇ ਸੀ ਆਪਾਂ, ਕਿਸੇ ਤਰ੍ਹਾਂ ਵਰਕ ਪਰਮਿਟ ਮਿਲ ਜਾਏ, ਕਿਸੇ ਤਰ੍ਹਾਂ ਨਾ ਫਸਿਆ ਰਵੇ। ਸਰਕਾਰ ਨੇ ਹੈਲਪ ਵੀ ਕੀਤੀ ਪੂਰੀ ਯੂਕਰੇਨ ਤੇ ਕੈਨੇਡਾ ਦੀ ਸਿਚੁਏਸ਼ਨ। ਅੱਛਾ, ਇੱਕ ਹੋਰ ਭਾਰਤੀ ਵਿਦਿਆਰਥੀ ਜੰਗ 'ਚ ਜ਼ਖਮੀ ਹੋਇਆ, ਬਿਮਾਰ ਸੀ, ਤੇ ਇੱਕ ਵਿਦਿਆਰਥੀ ਮਾਰਿਆ ਗਿਆ। ਮੈਂ ਇੱਕ ਅਖਬਾਰ ਪੜ੍ਹ ਰਿਹਾ ਸੀ, ਬੜੀ ਵੱਡੀ ਆ, ਉਹਨੇ ਜਿਹੜਾ ਪਹਿਲਾ ਨੌਜਵਾਨ ਮਾਰਿਆ ਗਿਆ, ਜਿਹਦੇ ਬਾਪ ਨੇ ਕਾਫੀ ਐਲੀਗੇਸ਼ਨ ਵੀ ਲਾਏ ਨੇ,
ਉਹਨੂੰ ਸ਼ਹੀਦ ਲਿਖ ਦਿੱਤਾ। ਹੁਣ ਸ਼ਹੀਦ ਦੀ ਪਰਿਭਾਸ਼ਾ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਵਰਤਿਆ ਜਾਵੇ। ਹੁਣ ਉਹ ਨੌਜਵਾਨ ਸ਼ਹੀਦ ਹੋਇਆ ਜਾਂ ਨਹੀਂ ਹੋਇਆ, ਇੱਕ ਵਾਦ ਵਿਵਾਦ ਸ਼ੁਰੂ ਹੋ ਜਾਣਾ, ਕਿਉਂਕਿ ਅਖਬਾਰ ਵੱਡੀ ਹੈ, ਉਹਨੇ ਲਿਖਿਆ, ਇਸ ਕਰਕੇ ਥੋੜ੍ਹੀ ਜਿਹੀ ਅੱਖ ਉੱਧਰ ਗਈ ਸੀ। ਪਰ ਉਹਦੇ ਬਾਰੇ ਬਾਅਦ 'ਚ ਕਰਾਂਗੇ ਗੱਲ। ਇਹ ਜਿਹੜਾ ਇੱਕ ਹੋਰ ਨੌਜਵਾਨ ਤੋਂ ਦੱਸਿਆ ਪੰਜਾਬੀ ਵਿਦਿਆਰਥੀ, ਇੱਕ ਭਾਰਤੀ ਵਿਦਿਆਰਥੀ ਜੰਗ 'ਚ ਜ਼ਖਮੀ ਹੋਇਆ, ਕੀ ਕਹਿਣਾ ਚਾਹੋ? ਹਾਂ, ਇੱਕ ਜਿਹੜਾ ਜੀ ਕਿਸੇ ਤਰ੍ਹਾਂ ਜ਼ਖਮੀ ਹੈ, ਇੱਕ ਜਿਸ ਤਰ੍ਹਾਂ ਕਿਹਾ ਵੀ ਕੱਲ ਉਸ ਦੀ ਮੌਤ ਜਿਹੜੀ ਆ ਉਹ ਕਨਫਰਮ ਕੀਤੀ ਗਈ ਸੀ ਕਿ ਹੁਣ ਉਹ ਜੰਗ ਲੜਦਿਆਂ ਨਹੀਂ ਮੌਤ ਹੋਈ ਹੈ ਨਾ। ਉਹਦੇ ਮਤਲਬ ਇਹ ਥੋੜਾ ਐਕਸੀਡੈਂਟ ਜ਼ਿਆਦਾ ਲੱਗਦਾ ਵੀ ਕਿਸੇ ਤਰ੍ਹਾਂ ਉਹ ਖਾਣਾ ਪਾਣੀ ਬਾਹਰ ਲੈਣ ਗਿਆ ਤੇ ਚੱਲਦੀ ਜੰਗ ਦੇ ਵਿੱਚ ਗੋਲੀ ਲੱਗ ਕੇ ਉਹਨਾਂ ਦੀ ਮੌਤ ਹੋਈ ਆ। ਅਫਸੋਸਨਾਕ ਹੈ, ਨਿਰਸੰਦੇਹ, ਆਪਾਂ ਇਹ ਨਹੀਂ ਕਹਿ ਸਕਦੇ ਵੀ ਹਨਾ। ਪਰ ਹੁਣ ਸ਼ਹੀਦ ਹੈ ਕਿ ਨਹੀਂ ਇਹ ਤੇ ਉਹ ਜਿਹਨਾਂ ਨੇ ਲਿਖਿਆ ਉਹ ਜਾਣਨ, ਪਰ ਲੱਗ ਰਿਹਾ ਵੀ ਇਸ ਤਰ੍ਹਾਂ ਉਹ ਜੰਗ ਲੜਦਿਆਂ ਨਹੀਂ ਉਹਨਾਂ ਦੀ ਮੌਤ ਹੋਈ। ਜੀ ਬਿਲਕੁਲ, ਹਾਂਜੀ। ਸੋ ਇਹ ਜਿਹੜਾ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ ਜੀ, ਵੀ ਪਿਛਲੇ ਦਿਨਾਂ ਤੋਂ ਇਹ ਉੱਥੇ ਬਿਮਾਰ ਸੀਗਾ। ਇਹਨਾਂ ਦੇ ਪੇਰੈਂਟਸ ਵੀ ਪਤਾ ਲੱਗਾ ਵੀ ਉੱਥੇ ਪਹੁੰਚੇ ਹੋਏ ਸੀਗੇ ਇਹਨਾਂ ਦੀ ਖਬਰਸਾਰ ਲੈਣ, ਪਰ ਇਨ ਬਿਟਵੀਨ ਹੁਣ ਉਹਨਾਂ ਦੀ ਡੈਥ ਹੀ ਹੋ ਗਈ ਆ ਉਸ ਨੌਜਵਾਨ ਦੀ। ਵੀ ਇਹ 2 ਲਾਸ਼ਾਂ ਚਲੋ ਹੁਣ ਇੰਡੀਅਨ ਸਿਟੀਜ਼ਨਸ ਦੀਆਂ ਹੈਗੀਆਂ ਜਿਹੜੀਆਂ ਇੰਡੀਅਨ ਗਵਰਨਮੈਂਟ ਨੇ ਅਰੇਂਜਮੈਂਟ ਕਰਨੇ ਆ ਵੀ ਇਹਨਾਂ ਦਾ ਪ੍ਰਬੰਧ ਵਾਪਸ ਲਿਜਾਣ ਦਾ। ਪਰ ਜੇ ਦੇਖ ਲਓ ਵੀ ਵੱਡੀ ਤਾਦਾਦ ਦੇ ਵਿੱਚ ਜਿੱਥੇ ਹੁਣ ਉਹਨਾਂ ਨੂੰ ਕੱਢਣ ਦੇ ਲਈ ਉੱਥੋਂ ਜਿਹੜੀਆਂ ਵੱਡੀਆਂ ਮੁਹਿੰਮਾਂ ਭਾਰਤ ਦੀ ਏਅਰਫੋਰਸ ਤੱਕ ਜਿਹੜੀ ਆ ਜੀ ਸ਼ਾਮਲ ਨੇ, ਮਿਨਿਸਟਰ ਉੱਥੇ ਪਹੁੰਚੇ ਹੋਏ ਨੇ। ਬਾਰਡਰ ਤੇ ਸਿਚੁਏਸ਼ਨ ਆਪਾਂ ਦੇਖ ਰਹੇ ਹਾਂ ਕਲਿਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਥੋਂ ਆ ਰਹੀ ਹੈ। ਲੜਕਿਆਂ ਦੀਆਂ ਚਿੰਤਾਵਾਂ ਵੱਖਰੀਆਂ ਨੇ, ਲੜਕੀਆਂ ਦੀਆਂ ਵੱਖਰੀਆਂ ਨੇ, ਪਰ ਇਹਦੇ ਦੌਰਾਨ ਜਾਣੀ ਕਿ ਵੀ ਇਹ ਜਾਨਾਂ ਜਾਣੀਆਂ ਵੀ ਜਾਰੀ ਨੇ। ਇੱਕ ਨੌਜਵਾਨ ਜਿਹੜਾ ਵੀ ਜਾਣੀ ਉਹ ਆਲਰੇਡੀ ਉੱਥੇ ਬਿਮਾਰ ਸੀ, ਹਸਪੀਟਲ ਦੇ ਵਿੱਚ ਸੀਗਾ। ਹੁਣ ਹਸਪੀਟਲ ਦੇ ਵਿੱਚ ਮਰੀਜ਼ਾਂ ਦੀ ਉੱਥੇ ਕੇਅਰ, ਜਿਸ ਵੇਲੇ ਜਾਨਾਂ ਦਾ ਵੈਸੇ ਹੀ ਖੌਫ ਪੈ ਗਿਆ, ਲੋਕ ਆਪੋ ਆਪਣੀਆਂ ਬਚਾ ਕੇ ਮਸੀਂ ਭੱਜ ਰਹੇ ਨੇ ਤੇ ਮਰੀਜ਼ਾਂ ਨੂੰ ਕਿਹਨੇ ਦੇਖਣਾ ਸੀਗਾ। ਸੋ ਉਸ ਲਿਹਾਜ਼ ਨਾਲ ਇਸ ਨੌਜਵਾਨ ਨੂੰ ਪਤਾ ਲੱਗਾ ਜੀ ਉੱਥੇ ਮੌਤ ਹੀ ਹੋ ਗਈ ਹੈ। ਅੱਛਾ, ਯੂਨਾਈਟਿਡ ਏਅਰਲਾਈਨਸ ਦੀ ਵੀ ਗੱਲ ਕਰ ਲਈ, ਕਿਉਂਕਿ ਰੂਸੀ ਹਵਾਈ ਖੇਤਰ ਦੀ ਵਰਤੋਂ ਬੰਦ ਕਰ ਦਿੱਤੀ ਹੈ। ਅਮਰੀਕਾ ਦੀਆਂ ਜਿਹੜੀਆਂ ਨੇ ਖਾਸ ਤੌਰ 'ਤੇ ਦਿੱਲੀ ਮੁੰਬਈ ਦੀਆਂ ਜਿਹੜੀਆਂ ਆਪਣੀਆਂ ਮੰਜ਼ਿਲਾਂ ਤੋਂ ਜਾਣ ਵਾਲੀਆਂ ਜਿਹੜੀਆਂ ਨੇ ਅਸਥਾਈ ਤੌਰ 'ਤੇ ਫਲਾਈਟਾਂ ਮੁਅੱਤਲ ਨੇ, ਕਾਫੀ ਇਹਦਾ ਪ੍ਰਭਾਵ ਪੈਣ ਵਾਲਾ। ਹਾਂਜੀ, ਸਾਡੇ ਇੱਥੇ ਕੈਨੇਡਾ ਨੂੰ ਵੀ ਵੈਸੇ ਆਉਣ ਵਾਲੀਆਂ ਏਅਰ ਇੰਡੀਆ ਤੇ ਏਅਰ ਕੈਨੇਡਾ ਦੋਨੋਂ ਫਲਾਈਟ ਜਿਹੜੀਆਂ ਜੀ ਅੱਜ ਲੇਟ ਚੱਲ ਰਹੀਆਂ ਜੀ ਹਨਾ। ਆਮ ਤੌਰ ਤੇ ਸਵੇਰੇ 8 ਵਜੇ ਪਹੁੰਚ ਜਾਂਦੀਆਂ ਹੁੰਦੀਆਂ, ਪਰ ਅੱਜ ਡਿਲੇਡ ਨੇ। ਏਅਰ ਕੈਨੇਡਾ ਦੀ ਫਲਾਈਟ ਤਾਂ ਬਹੁਤ ਜ਼ਿਆਦਾ ਸਾਰੇ ਘੰਟੇ, 12 ਘੰਟੇ ਲੇਟ ਦੱਸੀ ਜਾ ਰਹੀ ਹੈ। ਸੋ ਇਹ ਜਿਹੜਾ ਰਸ਼ੀਆ ਦਾ ਜਾਣੀ ਏਅਰ ਸਪੇਸ ਬੰਦ ਹੋਣ ਤੋਂ ਬਾਅਦ ਆਪਾਂ ਨੂੰ ਪਤਾ ਵੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਸੀ 30 ਜਿਹੜੇ ਦੇਸ਼ ਨੇ ਵੀ ਉਹਨਾਂ ਦੇ ਲਈ ਉਹਨਾਂ ਨੇ ਫਲਾਈਟਸ ਦਾ ਲੰਘਣਾ ਬੰਦ ਕਰ ਦਿੱਤਾ ਆਪਣੇ ਏਅਰ ਸਪੇਸ ਦੇ ਵਿੱਚੋਂ, ਜਿਹਦੇ ਵਿੱਚ ਕਿ ਕੈਨੇਡਾ ਤੇ US ਸ਼ਾਮਲ ਆ। ਤੇ ਫਿਰ ਤਦ ਕਰਕੇ ਇਹ ਅਮਰੀਕਨ ਏਅਰਲਾਈਨਸ, ਯੂਨਾਈਟਿਡ ਏਅਰਲਾਈਨਸ, US ਦੇ ਕਈ ਸ਼ਹਿਰਾਂ ਤੋਂ ਜਿਹੜੀਆਂ ਜੀ ਸ਼ਿਕਾਗੋ ਤੋਂ, ਸੈਨ ਫਰਾਂਸਿਸਕੋ ਤੋਂ, ਨਿਊਯਾਰਕ ਤੋਂ ਇਹਨਾਂ ਦੀਆਂ ਫਲਾਈਟਸ ਦਿੱਲੀ ਮੁੰਬਈ ਜਾਂਦੀਆਂ। ਅਮਰੀਕਨ ਏਅਰਲਾਈਨਸ ਨੇ ਵੀ ਆਪਣਾ ਜਿਹੜਾ ਜੀ ਰੂਟ ਆ ਉਹ ਚੇਂਜ ਕੀਤਾ, ਪਰ ਯੂਨਾਈਟਿਡ ਏਅਰਲਾਈਨ ਨੇ ਜਾਣੀ ਕਿ ਦਿੱਲੀ ਤੇ ਮੁੰਬਈ ਦੇ ਲਈ ਟੈਂਪਰੇਰੀਲੀ ਜਿਹੜੀਆਂ ਫਲਾਈਟਸ ਆਪਣੀਆਂ ਸਸਪੈਂਡ ਕਰਨ ਦਾ ਫੈਸਲਾ ਕੀਤਾ ਹੈ। ਸੋ ਟੈਂਪਰੇਰੀ ਮੇਜਰਸ ਜਿਹੜੇ ਆ ਵੀ ਇਸ ਤਰ੍ਹਾਂ ਏਅਰਲਾਈਨਸ ਵੱਲੋਂ ਲੈਣੇ ਉਹਨਾਂ ਨੂੰ ਮਜਬੂਰੀ। ਤੁਹਾਨੂੰ ਲੱਗਦਾ ਕਿ ਏਅਰ ਕੈਨੇਡਾ, ਏਅਰ ਇੰਡੀਆ ਵੀ ਸਟੈਪ ਲੈ ਸਕਦਾ? ਉਹਨਾਂ ਨੇ ਜੀ ਵੀ ਇਸ ਤਰ੍ਹਾਂ ਰੂਟ ਆਪਣੇ ਚੇਂਜ ਕਰ ਲਏ ਆ, ਤੇ ਜੇ ਕੈਂਸਲੇਸ਼ਨ ਹੋਣੀ ਹੁੰਦੀ ਜਾਂ ਸਸਪੈਂਸ਼ਨ ਹੋਣੀ ਹੁੰਦੀ ਤੇ ਉਹ ਹੁਣ ਤੱਕ ਹੋ ਜਾਣੀ ਸੀ। ਤੇ ਚੱਲ ਰਹੀ ਹੈ ਇਸ ਮੱਘ ਰਹੀ ਜੰਗ ਦੇ ਵਿੱਚ ਇਸ ਸਮੇਂ ਵੀ ਜੇ ਫਲਾਈਟਸ ਚੱਲ ਰਹੀਆਂ, ਡਿਲੇਡ ਭਾਵੇਂ ਚੱਲ ਰਹੀਆਂ ਨੇ, ਪਰ ਫਲਾਈਟਸ ਆ ਜਾ ਰਹੀਆਂ ਨੇ ਹਾਲ ਦੀ ਘੜੀ। ਜੀ ਚੌਲ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।